ਵੈਲਕਮ ਟੂ ਆਲ ਆਫ ਦੀ। ਸਵਾਗਤ ਹੈ ਤੁਹਾਡੇ ਆਪਣੇ ਚੈਨਲ MSW ਸਟੱਡੀ ਫॉर ਜੌਬ ਦੇ ਵਿੱਚ। ਆਪਣੇ ਕਲਾਸਾਂ ਸੀ ਜੋ ਪੰਜਾਬੀ ਦੇ ਨਾਲ ਚੱਲ ਰਹੀ ਸੀ, ਪੰਜਾਬੀ ਦਾ ਸਿਲੇਬਸ ਸੀ। TT ਦੇ ਸੈਕੰਡ ਐਗਜ਼ਾਮ ਦੀ ਆਪਾਂ ਤਿਆਰੀ ਕਰ ਰਹੇ ਸੀਗੇ। ਆਪਣਾ ਟੌਪਿਕ ਸੀ ਜੋ ਪੰਜਾਬੀ ਸਾਹਿਤ ਵਾਲਾ ਆਪਣਾ ਟੌਪਿਕ ਚੱਲ ਰਿਹਾ ਸੀਗਾ। ਇਸ ਤੋਂ ਪਹਿਲਾਂ ਜਿਹੜੇ ਆਪਣੇ ਦੋ ਹਿੱਸੇ ਇਸ ਦੇ ਬਣ ਚੁੱਕੇ ਨੇ, ਪਾਰਟ ਪਹਿਲਾ, ਪਾਰਟ ਸੈਕੰਡ। ਕੱਲ ਆਪਾਂ ਕੀਤਾ ਸੀ ਕਾਫੀ ਤੱਕ, ਹਨਾ, ਕਵਿਤਾ ਦੇ ਰੂਪ ਚੱਲ ਰਹੇ ਸੀ। ਅੱਜ ਵੀ ਜਿਹੜੇ ਹੋਣਗੇ ਕਵਿਤਾ ਦੇ ਰੂਪ ਹੀ ਹੋਣਗੇ। ਇਸ ਦੇ ਨਾਲ ਜਿਹੜਾ ਇਹ ਚੈਪਟਰ ਹੋ ਜਾਊਗਾ ਕਵਿਤਾ ਵਾਲਾ ਆਪਣਾ ਸਮਾਪਤ ਹੋ ਜਾਊਗਾ। ਕੱਲ ਤੋਂ ਜਿਹੜਾ ਆਪਣਾ ਟੌਪਿਕ ਸਟਾਰਟ ਹੋਊਗਾ, ਕੱਲ ਜਾਂ ਪਰਸੋਂ ਤੋਂ, ਉਸ ਦੇ ਵਿੱਚ ਆਪਾਂ ਸਟਾਰਟ ਕਰਾਂਗੇ ਅਲੰਕਾਰਾਂ ਬਾਰੇ। ਸਭ ਤੋਂ ਪਹਿਲਾਂ ਆਪਾਂ ਕਰਾਂਗੇ ਅਲੰਕਾਰ, ਫਿਰ ਕਰਾਂਗੇ ਆਪਾਂ ਰਸ ਬਾਰੇ। ਠੀਕ ਹੈ ਜੀ, ਆਓ ਸਟਾਰਟ ਕਰੀਏ। ਜਿਹੜਾ ਆਪਣਾ ਕੱਲ ਦਾ ਟੌਪਿਕ ਸੀਗਾ, ਜੋ ਕੋਈ ਨਵਾਂ ਬੱਚਾ ਆਪਣੇ ਨਾਲ ਜੁੜਿਆਗਾ, ਪੰਜਾਬੀ ਸਾਹਿਤ ਨਾਲ ਆਪਾਂ ਚੱਲ ਰਹੇ ਸੀ। ਇਸ ਤੋਂ ਪਹਿਲਾਂ ਜਿਹੜੇ ਆਪਣੇ ਦੋ ਪਾਰਟ ਇਸ ਦੇ ਬਣ ਚੁੱਕੇ ਨੇ। ਅੱਜ ਵਾਲਾ ਜਿਹੜਾ ਇਹ ਟੌਪਿਕ ਹੋਵੇਗਾ ਲਾਸਟ ਹੈਗਾ, ਪੰਜਾਬੀ ਸਾਹਿਤ ਵਿੱਚ ਕਵਿਤਾ ਵਾਲਾ ਲਾਸਟ ਹੈ। ਇਸ ਤੋਂ ਬਾਅਦ ਕੀ ਸਟਾਰਟ ਹੋਊਗਾ, ਆਪਣਾ ਅਲੰਕਾਰ ਤੇ ਰਸ ਰਹਿ ਜਾਣਗੇ। ਉਹ ਵੀ ਜਿਹੜੇ ਤੁਹਾਨੂੰ ਦੋ ਵੀਡੀਓ ਦੇ ਵਿੱਚ ਅਸੀਂ ਕਵਰ ਕਰਵਾ ਦਾਂਗੇ। ਕਵਿਤਾ ਦੇ ਪੇਜ ਚੱਲ ਰਹੇ ਸੀ, ਦੇਖੋ ਅੱਗੇ ਆਪਾਂ ਅੱਜ ਕਰਦੇ ਹਾਂ। ਅੱਜ ਵੀ ਆਪਾਂ ਕਰਾਂਗੇ ਕਵਿਤਾ ਦੇ ਭੇਦ। ਦੇਖੋ ਇਸ ਦੇ ਵਿੱਚ ਜਿਹੜੇ ਆਪਣੇ ਕੰਮ ਰਹਿ ਗਏ, ਰੁਬਾਈ, ਕਵਿਤਾ ਅਤੇ ਗੀਤ, ਇਕਾਂਗੀ, ਜੀਵਨੀ, ਸਵੈ ਜੀਵਨੀ, ਨਿਬੰਧ, ਨਾਟਕ, ਸਫ਼ਰਨਾਮਾ ਅਤੇ ਨਾਵਲ। ਇਹ ਆਪਾਂ ਅੱਜ ਸਾਰੇ ਕਵਰ ਕਰਾਂਗੇ। ਸਾਰੇ ਅੱਜ ਆਪਾਂ ਇਹ 9 ਦੇ 9 ਕਵਰ ਕਰਾਂਗੇ। ਚਲੋ ਸਟਾਰਟ ਕਰਦੇ ਹਾਂ। ਸਭ ਤੋਂ ਪਹਿਲਾਂ ਦੇਖੋ ਰੁਬਾਈ ਕੀ ਹੁੰਦੀ ਹੈ। ਰੁਬਾਈ ਇਹ ਇੱਕ ਕਾਵਿ ਰੂਪ ਹੈ ਅਤੇ ਛੰਦ ਵੀ ਹੈ। ਰੁਬਾਈ ਕੀ ਹੈ? ਇੱਕ ਕਾਵਿ ਰੂਪ ਵੀ ਹੈ ਅਤੇ ਛੰਦ ਵੀ ਹੈ। ਇਹ ਅਰਬੀ ਫਾਰਸੀ ਦਾ ਛੰਦ ਹੈ। ਅਰਬੀ ਅਤੇ ਫਾਰਸੀ ਦੋਵੇਂ ਭਾਸ਼ਾਵਾਂ ਦਾ ਮਿਕਸਰ ਕੀ ਹੈ? ਛੰਦ ਹੈ। ਅਰਬੀ ਬੋਲੀ ਵਿੱਚ ਰੁਬਾਈ ਦਾ ਅਰਥ ਕੀ ਹੁੰਦਾ ਹੈ? ਦੇਖੋ, ਅਰਬੀ ਭਾਸ਼ਾ ਦੇ ਵਿੱਚ ਰੁਬਾਈ ਦਾ ਕੀ ਅਰਥ ਹੁੰਦਾ ਹੈ? 4 ਅੱਖਰਾਂ ਦਾ ਸ਼ਬਦ ਜਾਂ 4 ਅੱਖਰਾਂ ਦਾ ਛੰਦ, ਭਾਵ 4 ਅੱਖਾਂ ਵਾਲਾ ਸ਼ਬਦ। 4 ਅੱਖਾਂ ਵਾਲਾ ਨਹੀਂ, 4 ਅੱਖਰਾਂ ਵਾਲਾ। 4 ਅੱਖਰਾਂ ਵਾਲਾ ਸ਼ਬਦ, 4 ਅੱਖਰਾਂ ਵਾਲਾ ਛੰਦ। ਠੀਕ ਹੈ ਜੀ। ਰੁਬਾਈ ਦੇ ਵਿੱਚ ਜਿਹੜੀ ਪਹਿਲੀ ਤੁਕ ਹੁੰਦੀ ਹੈ, ਰੁਬਾਈ ਦੇ ਵਿੱਚ ਜਿਹੜੀ ਪਹਿਲੀ ਤੁਕ ਹੁੰਦੀ ਹੈ, ਦੂਸਰੀ ਤੇ ਚੌਥੀ, ਦੇਖੋ ਧਿਆਨ ਨਾਲ ਸੁਣਨਾ। ਰੁਬਾਈ ਦੇ ਵਿੱਚ ਪਹਿਲੀ, ਦੂਸਰੀ ਤੇ ਚੌਥੀ ਤੁਕ ਦਾ ਆਪਸ ਦੇ ਵਿੱਚ ਮੇਲ ਹੁੰਦਾ ਗਾ। ਠੀਕ ਹੈ, ਭਾਵ ਆਪਸ ਦੇ ਵਿੱਚ ਮਿਲਦੀਆਂ ਹੁੰਦੀਆਂ ਨੇ। ਪਰ ਜਿਹੜੀ ਤੀਸਰੀ ਤੁਕ ਹੁੰਦੀ ਹੈ, ਜਿਹਦੇ 2 ਛੱਡ ਕੇ ਤੀਸਰੀ ਤੁਕ ਹੁੰਦੀ ਹੈ ਜਿਹੜੀ, ਉਸਦਾ ਜਿਹੜਾ ਤੁਕਾਂਤ ਉਹ ਕੀ ਹੁੰਦਾ? ਬੇਮੇਲ ਹੁੰਦਾ। ਬੇਮੇਲ ਤੋਂ ਭਾਵ ਕੀ ਹੁੰਦਾ? ਇਹ ਤਿੰਨਾਂ ਨਾਲ ਮੇਲ ਨਹੀਂ ਖਾਂਦੀ। ਜਿਹੜੀ ਪਹਿਲੀ, ਦੂਸਰੀ ਤੇ ਚੌਥੀ ਹੁੰਦੀ ਹੈ, ਉਸ ਦੇ ਨਾਲ ਜਿਹੜੀ ਤੀਸਰੀ ਤੁਕ ਹੁੰਦੀ ਹੈ ਉਹ ਮੇਲ ਨਹੀਂ ਖਾਂਦੀ। ਇਸ ਕਰਕੇ ਕੀ ਹੋ ਜਾਂਦੀ ਹੈ? ਉਹ ਬੇਮੇਲ ਹੋ ਗਈ। ਠੀਕ ਹੈ ਜੀ। ਹੁਣ ਦੇਖੋ ਰੁਬਾਈ ਦੇ ਵਿੱਚ ਖਾਸ ਕਰ ਕੀ ਹੁੰਦਾ? ਖਿਆਲ ਦੀ ਉਸਾਰੀ ਕੀਤੀ ਜਾਂਦੀ ਹੈ। ਖਿਆਲ ਨਹੀਂ ਹੁੰਦੇ ਆਪਣੀ, ਜਿਵੇਂ ਬੈਠੇ ਬੈਠੇ ਆਪਾਂ ਕਹਿੰਦੇ ਨਾ ਮੈਨੂੰ ਇਹ ਖਿਆਲ ਆਇਆ, ਹਨਾ, ਉਹ ਚੀਜ਼ ਦੀ ਉਸਾਰੀ ਹੁੰਦੀ ਹੈ। ਦੇਖੋ ਐਗਜ਼ਾਮਪਲ ਦੇ ਤੌਰ ਤੇ, ਸੀਨੇ ਖਿੱਚ ਜਿਨ੍ਹਾਂ ਨੇ ਖਾਧੀ ਉਹ ਕਰ ਆਰਾਮ ਨਹੀਂ ਬਹਿੰਦੇ, ਨੇਹੂ ਵਾਲੇ ਨੈਣਾ ਕੀ ਨੀਂਦਰ ਉਹ ਦਿਨੇ ਰਾਤ ਪਏ ਵਹਿੰਦੇ। ਠੀਕ ਹੈ ਜੀ। ਇਹਦੇ ਜਿਹੜੇ 2 ਲਾਈਨਾਂ ਦੇ ਵਿੱਚ ਤੁਹਾਨੂੰ ਕਵਰ ਹੋ ਗਿਆ ਹੋਊਗਾ। ਇਹ ਭਾਵ ਕਿ ਇਹ ਕਿ ਐਗਜ਼ਾਮਪਲ ਦਿੱਤੀ ਹੋਈ ਹੈ ਇਸ ਦੀ। ਹੁਣ ਤੁਸੀਂ ਬਸ ਆਪਾਂ +2 ਲੈਵਲ ਦੇ ਸਿਲੇਬਸ ਤੱਕ ਆਪਾਂ ਨੇ ਕੰਮ ਕਰਨਾ, ਇੰਨਾ ਜ਼ਿਆਦਾ ਡੀਪ ਨਹੀਂ ਆਉਂਦਾ ਹੈਗਾ। ਤੁਸੀਂ ਸਿਰਫ ਬਸ ਇਸੇ ਗੱਲ ਨੂੰ ਧਿਆਨ ਦੇ ਵਿੱਚ ਰੱਖਣਾ ਕਿ ਜਿਹੜੀ ਪਹਿਲੀ, ਦੂਸਰੀ ਤੇ ਚੌਥੀ ਤੁਕਾਂਤ ਹੁੰਦੀ ਹੈ ਉਹਨਾਂ ਦਾ ਆਪਸ ਦੇ ਵਿੱਚ ਮੇਲ ਹੁੰਦਾ, ਪਰ ਜਿਹੜੀ ਤੀਸਰੀ ਤੁਕਾਂਤ ਹੁੰਦੀ ਹੈ ਉਹਦਾ ਕੀ ਹੁੰਦਾ? ਆਪਸ ਦੇ ਵਿੱਚ ਮੇਲ ਨਹੀਂ ਹੁੰਦਾ। ਠੀਕ ਹੈ ਜੀ। ਉਸ ਤੋਂ ਬਾਅਦ ਦੇਖੋ, ਉਸ ਤੋਂ ਬਾਅਦ ਆਪਾਂ ਚੱਲਦੇ ਹਾਂ ਸੈਕਿੰਡ ਵੱਲ, ਕਵਿਤਾ ਅਤੇ ਗੀਤ। ਕਵਿਤਾ ਅਤੇ ਗੀਤ, ਕਵਿਤਾ ਬਾਰੇ ਆਪਾਂ ਪਹਿਲਾਂ ਪੜ੍ਹ ਹੀ ਚੁੱਕੇ ਹਾਂ ਕਿ ਕਵਿਤਾ ਕੀ ਹੁੰਦੀ ਹੈ ਨਾ। ਕਹਿੰਦੇ ਕਵਿਤਾ ਦੇ ਵਿੱਚ ਵਿਚਾਰ ਦਾ ਆਰੰਭ ਹੁੰਦਾ ਹੈ। ਕਵਿਤਾ ਦੇ ਵਿੱਚ ਕੀ ਹੁੰਦਾ? ਵਿਚਾਰ ਦਾ ਆਰੰਭ ਹੁੰਦਾ। ਹੁਣ ਜੇ ਕਵਿਤਾ ਕੋਈ ਬੰਦਾ ਕਦੋਂ ਲਿਖਦਾ? ਜਦੋਂ ਉਹਦੇ ਮਨ ਦੇ ਅੰਦਰ ਕੀ ਹੁੰਦੇ ਨੇ? ਹਾਵ ਭਾਵ ਉੱਠਦੇ ਨੇ, ਕੋਈ ਵਿਚਾਰ ਆਉਂਦੇ ਨੇ, ਹਨਾ। ਜਦੋਂ ਕਹਿੰਦੇ ਇਹ ਵਿਚਾਰ ਜਿਹੜਾ ਸਿਖਰ ਤੇ ਪਹੁੰਚਦਾ ਹੈ, ਜਦੋਂ ਇਹ ਜਿਹੜਾ ਵਿਚਾਰ ਹੈ ਸਿਖਰ ਤੇ ਪਹੁੰਚਦਾ ਹੈ ਅਤੇ ਉੱਥੇ ਸਿਖਰ ਤੇ ਜਾ ਕੇ ਸਥਾਪਿਤ ਹੋ ਕੇ ਹੇਠਾਂ ਆਉਂਦਾ ਗਾ। ਗੱਲ ਨੂੰ ਸਮਝਣ ਦੀ ਕੋਸ਼ਿਸ਼ ਕਰਨਾ। ਕਹਿੰਦੇ ਜਦੋਂ ਇਹ ਸਿਖਰ ਤੇ ਪਹੁੰਚਦਾ ਨਾ ਵਿਚਾਰ, ਫਿਰ ਵਿਚਾਰ ਨੂੰ ਸਥਾਪਿਤ ਕਰਕੇ ਹੇਠ ਆ ਜਾਂਦਾ ਇੱਕਦਮ। ਇਸੇ ਤਰ੍ਹਾਂ ਕਹਿੰਦੇ ਕਿਸੇ ਵੀ ਜਿਹੜੀ ਕਵਿਤਾ ਹੁੰਦੀ ਹੈ, ਕਵਿਤਾ ਦੇ ਵਿੱਚ ਕਿਸੇ ਵੀ ਵਿਚਾਰ, ਭਾਵ ਆਦਿ ਨੂੰ ਕਰਮਬੱਧ ਢੰਗ ਦੁਆਰਾ ਪ੍ਰਗਟ ਕਰਨ ਦਾ ਸਾਧਨ ਹੁੰਦਾ ਹੈ। ਹੁਣ ਦੇਖੋ ਕਵਿਤਾ ਦੇ ਵਿੱਚ ਕੀ ਹੁੰਦਾ? ਵਿਚਾਰ ਪ੍ਰਗਟ ਕੀਤੇ ਜਾਂਦੇ ਨੇਗੇ, ਭਾਵ ਹੁੰਦੇ ਨੇ। ਉਹਨਾਂ ਸਭ ਚੀਜ਼ਾਂ ਨੂੰ ਕਰਮਬੱਧ ਦਾ ਭਾਵ ਕੀ ਹੁੰਦਾ? ਹੁਣ ਕਵਿਤਾ ਵੀ ਪਤਾ ਕੀ ਹੁੰਦੇ? ਲਿਖਣ ਦੇ ਢੰਗ ਹੁੰਦੇ ਨੇ। ਹੁਣ ਜੇ ਕਿਸੇ ਨੂੰ ਕਵਿਤਾ ਲਿਖਣੀ ਨਹੀਂ ਆਊਗੀ, ਕਿ ਪਹਿਲਾਂ ਕਿਤੇ ਹਾਵ ਭਾਵ ਦੇ ਤੇ ਕਿਤੇ ਕੋਈ ਵਿਚਾਰ ਰੱਖਤਾ ਨਹੀਂ, ਇਹਨਾਂ ਸਭ ਚੀਜ਼ਾਂ
ਇਹਨਾਂ ਸਭ ਚੀਜ਼ਾਂ ਨੂੰ ਤਰਤੀਬਵਾਰ ਭਾਵ ਇੱਕ ਲਾਈਨ ਦੇ ਵਿੱਚ ਲਗਾਉਣਾ ਵੀ ਸਭ ਤੋਂ ਵੱਡੀ ਕੀ ਹੁੰਦੀ ਹੈ, ਆਪਣੀ ਪੇਸ਼ਕਾਰੀ ਹੁੰਦੀ ਹੈ। ਠੀਕ ਹੈ, ਇਹ ਛੰਦਾਬੰਦ ਰਹਿਤ ਵੀ ਹੋ ਸਕਦੀ ਹੈ ਜਾਂ ਇਹ ਛੰਦਾਂ ਤੋਂ ਨਾਲ ਵੀ ਹੋ ਸਕਦੀ ਹੈ। ਠੀਕ ਹੈ ਜੀ। ਉਸ ਤੋਂ ਬਾਅਦ ਦੇਖੋ ਗੀਤ ਕੀ ਹੁੰਦਾ, ਇਹ ਇੱਕ ਸਰੋਦੀ ਰਚਨਾ ਗੀ। ਇਸ ਵਿੱਚ ਇੱਕ ਵਿਚਾਰ ਦਾ ਭਾਵ ਹੁੰਦਾ ਹੈ ਜੋ ਪਹਿਲੀ ਜਾਂ ਜਿਹੜੀ ਪਹਿਲੀ ਇੱਕ ਜਾਂ ਦੋ ਸਤਰਾਂ ਹੁੰਦੀਆਂ ਨੇ ਉਹਨਾਂ ਦੇ ਵਿੱਚੋਂ ਝਲਕਦਾ। ਦੇਖੋ ਸਰੋਦੀ ਦਾ ਭਾਵ ਕੀ ਹੁੰਦਾ, ਗੀਤ ਕੀ ਹੁੰਦਾ, ਸਰੋਦੀ ਰਚਨਾ ਹੁੰਦੀ। ਮੈਂ ਤੁਹਾਨੂੰ ਪਹਿਲਾਂ ਵੀ ਕਈ ਵਾਰ ਦੱਸਿਆ ਹੈ, ਸਰੋਦੀ ਦਾ ਭਾਵ ਕੀ ਹੁੰਦਾ, ਉਹ ਚੀਜ਼ ਜਿਹੜੀ ਗਾਈ ਜਾ ਸਕਣ ਵਾਲੀ ਹੋਵੇ, ਲਿਰਿਕ ਦੇ ਰੂਪ ਦੇ ਵਿੱਚ ਹੋਵੇ। ਸਰੋਦੀ ਤੋਂ ਕੀ ਭਾਵ ਹੁੰਦਾ ਹੈ, ਜਿਹੜੀ ਚੀਜ਼ ਗਾਈ ਜਾ ਸਕਣ ਵਾਲੀ ਹੋਵੇ, ਲਿਰਿਕ ਦੇ ਰੂਪ ਦੇ ਵਿੱਚ ਹੋਵੇ, ਉਹ ਕੀ ਹੁੰਦੀ ਹੈ, ਸਰੋਦੀ ਚੀਜ਼ ਹੋਗੀ। ਹੁਣ ਇਹਦੇ ਵਿੱਚ ਕੀ ਵਿਚਾਰ ਝਲਕਦਾ ਹੁੰਦਾ ਗੀਤ ਦੇ ਵਿੱਚ, ਇਹਦੀ ਜਿਹੜੀ ਪਹਿਲੀ ਲਾਈਨ ਹੁੰਦੀ ਹੈ ਜੇ ਦੂਸਰੀ ਹੁੰਦੀ ਹੈ, ਦੋਨਾਂ ਦੇ ਵਿੱਚੋਂ ਜਿਹੜਾ ਸਾਰਾ ਨਿਚੋੜ ਝਲਕਦਾ ਹੁੰਦਾ। ਹੁਣ ਦੇਖੋ ਤੁਸੀਂ ਜਿਵੇਂ ਅੱਜ ਕੱਲ੍ਹ ਦੇ ਗਾਣੇ ਦੇਖ ਲਓ, ਹੈ ਨਾ, ਅੱਜ ਕੱਲ੍ਹ ਦੇ ਗਾਣੇ ਕੀ ਹੁੰਦੇ, ਜਿਹੜੀ ਪਹਿਲੇ ਦੋ ਲਾਈਨਾਂ ਹੁੰਦੀਆਂ ਨੇ ਉਹਨਾਂ ਕਰਕੇ ਜ਼ਿਆਦਾ ਫੇਮਸ ਹੁੰਦੇ ਨੇ। ਹੁਣ ਉਹਦੇ ਵਿੱਚ ਪਹਿਰੇ ਦੇ ਵਿੱਚ ਕਈ ਵਾਰ ਤਾਂ ਕੋਈ ਗੱਲ ਸਮਝ 'ਚ ਆ ਜਾਂਦੀ, ਕਈ ਵਾਰ ਇਹ ਨਹੀਂ ਪਤਾ ਹੁੰਦਾ ਕਿ ਕਿਹੜੀ ਲਾਈਨ ਚੱਕ ਕੇ ਕਿੱਥੇ ਲਿਖੀ ਹੋਵੇ ਜਾਂ ਕਿਹੜੇ ਪਾਸੇ ਗਾਈ ਹੋਵੇ, ਹੈ ਨਾ। ਹੁਣ ਛੱਡੋ ਆਪਾਂ ਕਿਸੇ ਦੇ ਗਾਣੇ ਤੋਂ ਤਾਂ ਕੀ ਲੈਣਾ। ਹੁਣ ਦੇਖੋ ਮੈਂ ਤੁਹਾਨੂੰ ਇੱਥੇ ਐਗਜ਼ਾਮਪਲ ਦੇ ਦਿੰਦੀ, ਜਿਵੇਂ ਨੰਦ ਲਾਲ ਜਿਹੜਾ ਨੂਰੀ ਹੈ, ਨੰਦ ਲਾਲ ਨੂਰਪੁਰੀ, ਉਹਨਾਂ ਦੇ ਕੋਈ ਵੀ ਗਾਣਾ ਲੈ ਲਓ। ਦੇਖੋ ਜਿਵੇਂ ਗੋਰੀ ਦੀਆਂ ਝਾਂਜਰਾਂ ਬੁਲਾਉਂਦੀਆਂ ਗਈਆਂ, ਗੋਰੀ ਦੀ ਝਾਂਜਰਾਂ ਬੁਲਾਉਂਦੀਆਂ ਗਈਆਂ। ਹੁਣ ਤੁਸੀਂ ਇੱਥੇ ਗੱਲ ਨੂੰ ਸਮਝ ਗਏ ਹੋਵੋਗੇ, ਜਦੋਂ ਕੋਈ ਵੀ ਗੀਤ ਸਟਾਰਟਿੰਗ ਹੁੰਦੀ ਜਿਹੜੇ ਪਹਿਲੀਆਂ ਦੋ ਲਾਈਨਾਂ ਹੁੰਦੀਆਂ ਉਸੇ ਕਰਕੇ ਜ਼ਿਆਦਾ ਮਸ਼ਹੂਰ ਹੁੰਦਾ ਉਹ। ਠੀਕ ਹੈ, ਇਸ ਤੋਂ ਅੱਗੇ ਦੇਖੋ ਜੀਵਨੀ ਕੀ ਹੁੰਦੀ ਹੈ। ਜੀਵਨੀ ਜੋ ਕਿਸੇ ਦੂਸਰੇ ਦੇ ਜੀਵਨ ਬਾਰੇ ਲਿਖੀ ਗਈ ਹੋਵੇ ਅਤੇ ਇਸ ਦੀ ਰਚਨਾ ਦਾ ਮੂਲ ਆਧਾਰ ਕੀ ਹੁੰਦਾ ਗਾ, ਜਨਮ ਸਾਖੀ ਮੰਨਿਆ ਜਾਂਦਾ। ਦੇਖੋ ਜੀਵਨੀ ਤੋਂ ਭਾਵ ਕੀ ਹੁੰਦਾ, ਜਿਹੜੀ ਆਪਾਂ ਕਿਸੇ ਦੂਸਰੇ ਦੇ ਜੀਵਨ ਬਾਰੇ ਲਿਖਦੇ, ਜਿਵੇਂ ਹੁਣ ਬਹੁਤ ਸਾਰੇ ਰਾਈਟਰਾਂ ਨੇ ਜਾਂ ਪਹਿਲਾਂ ਵਾਲੇ ਰਾਈਟਰਾਂ ਨੇ ਕਿਸੇ ਦੂਸਰੇ ਦੀ ਜੀਵਨੀ ਲਿਖੀਆਂ ਹੋਈਆਂ ਨੇ। ਇਹਦਾ ਮੂਲ ਆਧਾਰ ਕੀ ਹੁੰਦਾ, ਜਨਮ ਸਾਖੀ ਹੁੰਦਾ ਗਾ। ਜਨਮ ਸਾਖੀ ਵੀ ਉਹੀ ਹੋ ਗਈ, ਕਿਸੇ ਦੇ ਜਨਮ ਬਾਰੇ ਲਿਖਣਾ। ਜੀਵਨੀ ਦੇ ਲਈ ਸਮਾਨ ਅਰਥਕ ਸ਼ਬਦ ਹੋਰ ਕਿਹੜੇ ਹੁੰਦੇ ਨੇ, ਕਈ ਵਾਰ ਪੇਪਰ ਦੇ ਵਿੱਚ ਆ ਜਾਂਦੇ ਨੇ। ਦੇਖੋ ਜਿਵੇਂ ਹੁੰਦਾ ਗਾ ਜੀਵਨ ਦਾ ਬਿਰਤਾਂਤ, ਜੀਵਨ ਕਥਾ ਜਾਂ ਜੀਵਨ ਚਰਿੱਤਰ। ਠੀਕ ਹੈ ਜੀ। ਉਸ ਤੋਂ ਬਾਅਦ ਦੇਖੋ ਸਵੈ ਜੀਵਨੀ ਕੀ ਹੁੰਦੀ ਹੈ, ਕਿਸੇ ਮਨੁੱਖ ਦੁਆਰਾ ਆਪਣੇ ਸਮੁੱਚੇ ਜੀਵਨ ਜਾਂ ਉਸਦੇ ਇੱਕ ਖਾਸ ਹਿੱਸੇ ਬਾਰੇ ਲਿਖੀ ਇੱਕ ਬਿਰਤਾਂਤਿਕ ਰਚਨਾ ਹੁੰਦੀ ਹੈ। ਤੁਹਾਨੂੰ ਸਾਰਾ ਨਿਚੋੜ ਇੱਥੇ ਨਿਕਲ ਗਿਆ ਹੋਊਗਾ। ਜਿਵੇਂ ਨਾ ਕੋਈ ਇਨਸਾਨ ਹੈ ਜਿਹੜਾ ਸਵੈ ਜੀਵਨੀ ਦਾ ਭਾਵ ਕੀ ਹੁੰਦਾ, ਖੁਦ ਬਾਰੇ ਲਿਖਣਾ। ਜੀਵਨੀ ਦਾ ਭਾਵ ਕੀ ਹੁੰਦਾ, ਕਿਸੇ ਦੂਸਰੇ ਬਾਰੇ ਲਿਖਣਾ। ਹੁਣ ਦੇਖੋ ਕਿਸੇ ਮਨੁੱਖ ਦੇ ਦੁਆਰਾ ਆਪਣੇ ਸਮੁੱਚੇ ਜੀਵਨ ਭਾਵ ਆਪਣੇ ਪੂਰੇ ਜੀਵਨ ਦੇ ਬਾਰੇ ਇੱਕ ਖਾਸ ਹਿੱਸੇ ਦੇ ਵਿੱਚ ਲਿਖਣਾ, ਭਾਵ ਇੱਕ ਬਿਰਤਾਂਤਿਕ ਰਚਨਾ ਦਾ ਰੂਪ ਜਿਹੜਾ ਪੇਸ਼ ਕਰਨਾ, ਉਹਨੂੰ ਕੀ ਕਹਿੰਦੇ ਨੇ, ਸਵੈ ਜੀਵਨੀ। ਹੁਣ ਜਿਵੇਂ ਅੰਮ੍ਰਿਤਾ ਪ੍ਰੀਤਮ ਜਿਹੜੀ ਰਾਈਟਰ ਹੋਈ, ਉਹਨੇ ਕੀ ਲਿਖਿਆ ਹੋਏਗਾ, ਆਪਣੀ ਜੀਵਨੀ ਲਿਖੀ ਹੋਈ ਹੈ। ਕਿਹੜੀ, ਰਸੀਦੀ ਟਿਕਟ, ਹੈ ਨਾ, ਜਿਹੜੀ ਸਭ ਤੋਂ ਜ਼ਿਆਦਾ ਕੀ ਮੰਨੀ ਜਾਂਦੀ ਹੈ, ਫੇਮਸ ਅੱਜ ਕੱਲ੍ਹ ਪੜ੍ਹਨ ਦੇ ਵਿੱਚ, ਪਹਿਲਾਂ ਵੀ ਸੀ ਹੁਣ ਵੀ। ਉਸ ਤੋਂ ਬਾਅਦ ਦੇਖੋ ਇਕਾਂਗੀ। ਇਕਾਂਗੀ ਇੱਕ ਅੰਕ ਵਾਲੇ ਨਾਟਕ ਨੂੰ ਕਿਹਾ ਜਾਂਦਾ ਗਾ। ਇਕਾਂਗੀ ਤੇ ਨਾਟਕ ਦੇ ਵਿੱਚ ਕਾਫੀ ਅੰਤਰ ਹੁੰਦਾ। ਦੇਖੋ ਕਿਵੇਂ, ਜਿਹੜਾ ਨਾਟਕ ਹੁੰਦੇ ਇਹਦੇ ਕਈ ਅੰਕ ਹੁੰਦੇ ਨੇ। ਅੰਕ ਦਾ ਭਾਵ ਕੀ ਹੁੰਦਾ, ਕਈ ਹਿੱਸਿਆਂ ਦੇ ਵਿੱਚ ਵੰਡਿਆ ਹੁੰਦਾ। ਜੇਕਰ ਸਟੇਜ ਦੇ ਉੱਪਰ ਇਸ ਨੂੰ ਖੇਡਿਆ ਜਾਵੇ ਤਾਂ ਇਹ ਕਈ ਹਿੱਸਿਆਂ ਦੇ ਵਿੱਚ ਖੇਡਿਆ ਜਾਵੇਗਾ। ਠੀਕ ਹੈ ਜੀ, ਕਾਫੀ ਸਮਾਂ ਵੀ ਲਵੇਗਾ। ਪਰ ਜਿਹੜੀ ਇਕਾਂਗੀ ਹੁੰਦੀ ਹੈ ਇਹਦਾ ਸਿਰਫ ਇੱਕ ਅੰਗ ਹੀ ਹੁੰਦਾ ਹੈਗਾ। ਠੀਕ ਹੈ, ਭਾਵ ਇਕਾਂਗੀ ਇੱਕ ਅੰਕ ਵਾਲੇ ਨਾਟਕ ਨੂੰ ਕਿਹਾ ਜਾਂਦਾ। ਠੀਕ ਹੈ। ਉਸ ਤੋਂ ਬਾਅਦ ਦੇਖੋ ਨਾਟਕ। ਹੁਣ ਅੱਜ ਦਾ ਜਿਹੜਾ ਆਪਣਾ ਟੌਪਿਕ ਹੈ ਨਾ, ਹੈਗਾ ਤਾਂ ਬਹੁਤ ਜ਼ਿਆਦਾ ਈਜ਼ੀ ਹੈ ਇਹ। ਇਸ ਨੂੰ ਥੋੜ੍ਹਾ ਜ਼ਿਆਦਾ ਇਹ ਵੀ ਨਾ ਦੇਖਿਓ ਕਿ ਬਹੁਤ ਜ਼ਿਆਦਾ ਲੈਂਥੀ ਹੋ ਗਿਆ ਜਾਂ ਬਹੁਤ ਜ਼ਿਆਦਾ ਟਫ ਲੱਗਦਾ ਹੋਊਗਾ। ਬਸ ਨਾ ਇਹਨਾਂ ਚੀਜ਼ਾਂ ਨੂੰ ਥੋੜ੍ਹਾ ਜਿਹਾ ਧਿਆਨ ਨਾਲ ਸਮਝਣ ਦੀ ਜ਼ਰੂਰਤ ਹੁੰਦੀ ਹੈ। ਜਦੋਂ ਇੱਕ ਵਾਰ ਆਪਾਂ ਨੂੰ ਸਮਝ 'ਚ ਆ ਗਿਆ ਉਸ ਤੋਂ ਬਾਅਦ ਫਿਰ ਕਦੇ ਦਿਮਾਗ 'ਚੋਂ ਨਿਕਲਦੀ ਹੁੰਦਾ। ਬਸ ਸਿਰਫ ਇੱਕ ਵਾਰ ਧਿਆਨ ਨਾਲ ਸਮਝਣ ਦੀ ਲੋੜ ਹੁੰਦੀ ਹੈ ਇਹ ਸਭ ਚੀਜ਼ਾਂ ਨੂੰ। ਹੁਣ ਦੇਖੋ ਹੁੰਦੀ ਤਾਂ ਆਪਣੇ ਆਮ ਰੂਟੀਨ ਦੇ ਵਿੱਚੋਂ ਹੀ ਨੇ, ਪਰ ਥੋੜ੍ਹੇ ਨਾਮ ਅਲੱਗ-ਅਲੱਗ ਹੀ ਦਿੱਤੇ ਹੁੰਦੇ ਨੇ। ਜਿਵੇਂ ਇਕਾਂਗੀ ਲੈ ਲਓ, ਕੀ ਹੁੰਦੀ ਹੈ, ਹੁੰਦਾ ਤਾਂ ਕਿਸੇ ਜੀਵਨ ਦਾ ਹਿੱਸਾ ਹੀ ਹੁੰਦਾ ਗਾ। ਜਿਵੇਂ ਲੈ ਲਓ ਅੱਜ ਕੱਲ੍ਹ ਦੀ ਬੇਰੁਜ਼ਗਾਰੀ 'ਤੇ ਲਾ ਲਓ ਤੁਸੀਂ, ਕਿਸੇ ਰਾਈਟਰ ਨੇ ਕੋਈ ਇਕਾਂਗੀ ਲਿਖਤੀ। ਹੁਣ ਉਹਦੇ ਵਿੱਚ ਕੀ ਹੋਊਗਾ, ਇਕਾਂਗੀ ਦੇ ਵਿੱਚ ਨਾ ਕਈ ਜਿਹੜੇ ਪਾਤਰ ਹੁੰਦੇ ਨੇਗੇ ਜਿਹੜੇ ਇਸ ਨੂੰ ਖੇਡਦੇ ਨੇ, ਕਈ ਪਾਤਰ ਹੁੰਦੇ ਨੇ। ਜਿਵੇਂ ਲਾ ਲਓ 3-4 ਬੇਰੁਜ਼ਗਾਰ ਹੋ ਗਏ ਆਪਣੇ ਵਰਗੇ, ਹੈ ਨਾ, ਅਤੇ ਇੱਕ ਕੀ ਹੋ ਗਿਆ, ਜਿਹੜੇ ਤੁਸੀਂ ਐਂ ਲਾ ਲਓ ਉੱਚੇ ਪੱਧਰ ਵਾਲੇ ਕੋਈ ਉਹ ਹੋ ਗਏ, ਆਫਿਸਰ ਹੋ ਗਏ, ਜਿਨ੍ਹਾਂ ਬਾਰੇ ਲਵੇ ਆਪਾਂ ਡੇਲੀ ਜੋਬ ਵਾਸਤੇ ਜਾਂਦੇ ਹਾਂ। ਸੋ ਉਸੇ ਚੀਜ਼ ਨੂੰ ਜਿਹੜਾ ਆਪਣਾ ਰੂਟੀਨ ਦੇ ਵਿੱਚ ਡੇਲੀ ਜ਼ਿੰਦਗੀ ਦੇ ਵਿੱਚ ਚੀਜ਼ਾਂ ਚੱਲ ਰਹੀਆਂ ਹੁੰਦੀਆਂ ਨੇ, ਉਹਨੂੰ ਸਟੇਜ ਦੇ ਉੱਪਰ ਪ੍ਰਦਰਸ਼ਨ ਕਰਨਾ ਇੱਕ ਛੋਟੇ ਹਿੱਸੇ ਦੇ ਵਿੱਚ। ਠੀਕ ਹੈ ਜੀ, ਉਹ ਇਕਾਂਗੀ ਹੋ ਗਈ। ਉਸ ਤੋਂ ਬਾਅਦ ਦੇਖੋ ਨਾਟਕ ਕੀ ਹੁੰਦਾ ਹੈ। ਹੁਣ ਦੇਖੋ ਇਹ ਸਾਹਿਤ ਦਾ ਹੀ ਰੂਪ ਹੈ। ਇਹ ਸਾਰੇ ਸਾਹਿਤ ਦੇ ਹੀ ਰੂਪ ਨੇ ਜਿਹੜੇ ਹੁਣ ਆਪਾਂ ਕਰ ਰਹੇ ਹਾਂ, ਜਿਹੜੇ ਸਟੇਜ ਦੇ ਉੱਪਰ ਪਾਤਰਾਂ ਰਾਹੀਂ ਵਾਰਤਾਲਾਪ ਦੇ ਦੁਆਰਾ ਖੇਡੇ ਜਾਂਦੇ। ਦੇਖੋ ਹੁੰਦਾ ਇਹ ਵੀ ਇਕਾਂਗੀ ਵਰਗਾ,
ਇਹਦੇ ਵਿੱਚ ਵੀ ਕੀ ਹੁੰਦੀ ਹੈ, ਵਾਰਤਾਲਾਪ ਭਾਵ ਆਪਸ ਦੇ ਵਿੱਚ ਗੱਲਬਾਤ ਹੁੰਦੀ ਹੈ। ਨਾਟਕ ਲਿਖਣ ਵਾਲੇ ਨੂੰ ਨਾਟਕਕਾਰ ਕਿਹਾ ਜਾਂਦਾ ਗਾ। ਨਾਟਕ ਦੇ ਵਿੱਚ ਸਾਹਿਤ ਕਲਾ ਅਤੇ ਪ੍ਰਦਰਸ਼ਨ ਸ਼ਾਮਿਲ ਹੁੰਦੀਆਂ ਹਨ। ਇਹ ਇਕਾਂਗੀ ਦੇ ਵਿੱਚ ਵੀ ਹੁੰਦੀਆਂ ਨੇ। ਨਾਟਕ ਦੇ ਵਿੱਚ ਸਾਹਿਤ ਕਲਾ ਵੀ ਹੁੰਦੀ ਹੈ, ਪ੍ਰਦਰਸ਼ਨ ਕਲਾ ਵੀ ਹੁੰਦੀ ਹੈ। ਪ੍ਰਦਰਸ਼ਨ ਦਾ ਭਾਵ ਕੀ ਹੁੰਦਾ ਗਾ, ਜਿਵੇਂ ਨਾਟਕ ਖੇਡ ਕੇ ਦਿਖਾਉਂਦੇ ਨੇ ਸਟੇਜ ਦੇ ਉੱਪਰ ਜਾਂ ਇਕਾਂਗੀ, ਉਸ ਚੀਜ਼ ਨੂੰ ਪ੍ਰਦਰਸ਼ਨ ਬੋਲ ਦਿੰਦੇ ਨੇ। ਨਾਟਕ ਸਾਹਿਤ ਦਾ ਹੀ ਰੂਪ ਹੈ। ਹੁਣ ਦੇਖੋ ਨਾਟਕ ਦੇ ਕੀ ਹੁੰਦੇ, ਨਾਟਕ ਸਾਹਿਤ ਦਾ ਵੀ ਰੂਪ ਹੈਗਾ ਤੇ ਕਲਾ ਦਾ ਵੀ ਰੂਪ ਹੈ। ਸਾਹਿਤ ਦਾ ਵੀ ਰੂਪ ਹੈ ਨਾਟਕ ਤੇ ਕਲਾ ਦਾ ਵੀ। ਕਲਾ ਦਾ ਕਿਵੇਂ, ਸਟੇਜ ਦੇ ਉੱਪਰ ਖੇਡ ਕੇ ਦਿਖਾਇਆ ਜਾਂਦਾ ਗਾ। ਜਦੋਂ ਮਨੁੱਖ ਨੇ ਕਹਿੰਦੇ ਬੋਲਣਾ ਵੀ ਸ਼ੁਰੂ ਨਹੀਂ ਕੀਤਾ ਸੀ, ਉਦੋਂ ਉਸ ਦੇ ਵਿੱਚ ਨਕਲ ਕਰਨ ਦੇ ਕੀ ਸੀ, ਹਾਵ ਭਾਵ ਜਿਹੜੇ ਸਟਾਰਟਿੰਗ ਤੋਂ ਹੀ ਸ਼ਾਮਲ ਸੀਗੇ। ਠੀਕ ਹੈ, ਜਿਹੜੇ ਇਹੀ ਹਾਵ ਭਾਵ ਨੇ, ਇਹੀ ਅਦਾਵਾਂ ਨੇ, ਇਹੀ ਨਕਲ ਆਦਿ ਕੀ ਹੁੰਦੇ ਨੇ, ਇਹ ਨਾਟਕ ਦੇ ਕਰਮ ਦੇ ਰੂਪ ਦੇ ਵਿੱਚ ਨੇ। ਨਾਟਕ ਦੇ ਕੀ ਨੇ, ਇਹ ਮੁੱਖ ਹਿੱਸੇ ਮੰਨੇ ਜਾਂਦੇ ਨੇ ਇਹਨਾਂ ਚੀਜ਼ਾਂ ਨੂੰ। ਠੀਕ ਹੈ, ਭਾਵ ਜਦੋਂ ਮਨੁੱਖ ਨੇ ਬੋਲਣਾ ਸਟਾਰਟ ਨਹੀਂ ਕੀਤਾ ਸੀ, ਨਕਲ ਤਾਂ ਉਦੋਂ ਵੀ ਕਰਦਾ ਸੀ ਨਾ ਉਹ। ਜਿਵੇਂ ਹੁਣ ਆਪਾਂ ਜਿਹੜੇ ਆਦਿ ਮਾਨਵ ਦੀ ਫਿਲਮ ਦੇਖ ਲਈਏ ਤਾਂ ਉਹ ਕਿਵੇਂ ਦਿਖਾਈ ਜਾਂਦੇ, ਜਦੋਂ ਜੰਗਲਾਂ ਦੇ ਵਿੱਚ ਰਹਿੰਦੇ ਨੇ, ਜਦੋਂ ਇੱਕ ਦਰਖਤ ਤੇ ਚੜ੍ਹ ਜਾਂਦਾ ਸਾਰੇ ਚੜ੍ਹਦੇ, ਜਦੋਂ ਇੱਕ ਉਹ ਆਪਦੀ ਭਾਸ਼ਾ ਦੇ ਵਿੱਚ ਬੋਲ ਕੇ ਸੁਣਾਉਂਦਾ ਹੈ ਕਿ ਕੋਈ ਖਤਰਾ ਹੈਗਾ ਜਾਂ ਕੁਛ ਹੋਰ ਵੀ ਹੈ, ਤਾਂ ਸਾਰੇ ਉਸਦੇ ਪਿੱਛੇ ਲੱਗ ਕੇ ਬੋਲਦੇ ਨੇ, ਤਾਂ ਉਹ ਨਕਲੀ ਸੀ। ਹੁਣ ਇਹ ਵੀ ਕੀ ਹੋ ਗਈ, ਇੱਕ ਨਕਲੀ ਹੋ ਗਈ, ਜਿਹਦੇ ਵਿੱਚ ਕੀ ਕਰਦੇ ਨੇ, ਜਿਹੜੇ ਨਕਲ ਦਾ ਭਾਵ ਸਮਝਣ ਦੀ ਕੋਸ਼ਿਸ਼ ਕਰਨਾ ਕਿ ਲਿਖੀ ਹੋਈ ਚੀਜ਼ ਨੂੰ ਨਕਲ ਕਰਕੇ ਸਟੇਜ ਦੇ ਉੱਪਰ ਪ੍ਰਦਰਸ਼ਨ ਕਰਨਾ, ਉਸੇ ਚੀਜ਼ ਨੂੰ ਕੀ ਬੋਲਿਆ ਜਾਂਦਾ ਗਾ, ਨਾਟਕ ਬੋਲਿਆ ਜਾਂਦਾ ਗਾ। ਠੀਕ ਹੈ ਜੀ। ਹੁਣ ਇਹ ਨਾਟਕ ਦੇ ਵਿੱਚ ਵੀ ਹੋ ਗਏ, ਇਕਾਂਗੀ ਦੇ ਵਿੱਚ ਵੀ ਸੇਮ, ਦੋਨੇ ਇੱਕੋ ਨੇ, ਪਰ ਫਰਕ ਕਿੰਨਾ ਕੁ ਹੁੰਦਾ ਕਿ ਜਿਹੜੇ ਨਾਟਕ ਦੇ ਹਿੱਸੇ ਕਈ ਹੁੰਦੇ ਨੇ, ਇਕਾਂਗੀ ਦਾ ਕੀ ਹੁੰਦਾ ਗਾ, ਇੱਕ ਅੰਗ ਹੁੰਦਾ ਹੈ। ਇਕਾਂਗੀ ਦਾ ਕੀ ਹੁੰਦਾ, ਸਿਰਫ ਇੱਕ ਅੰਗ ਹੁੰਦਾ ਹੈ। ਨੋਟ ਰੱਖਣਾ ਸੀ ਇਹਨੂੰ। ਉਸ ਤੋਂ ਬਾਅਦ ਦੇਖੋ ਨਿਬੰਧ ਕੀ ਹੁੰਦਾ ਹੈ। ਨਿਬੰਧ ਕਹਿੰਦੇ ਨੇ, ਲੇਖ ਕਹਿੰਦੇ ਨੇ, ਹਨਾ। ਹੁਣ ਦੇਖੋ ਨਿਬੰਧ ਅਲੱਗ ਹੁੰਦਾ, ਲੇਖ ਅਲੱਗ ਹੁੰਦਾ। ਕਈ ਵਾਰ ਇਹ ਹੁੰਦਾ ਗਾ ਨਿਬੰਧ ਤੇ ਲੇਖ ਇੱਕੋ ਹੀ ਹੋ ਸਕਦੇ ਨੇ। ਨਿਬੰਧ ਤੋਂ ਭਾਵ ਕੀ ਹੁੰਦਾ, ਇੱਕ ਵਿਚਾਰ ਦੇ ਵਿੱਚ ਬੰਨਿਆ ਹੋਇਆ, ਇਸ ਦੇ ਵਿੱਚ ਸੰਖੇਪਤਾ ਅਤੇ ਜਜ਼ਬਾ ਹੁੰਦਾ ਹੈ। ਨਿਬੰਧ ਤੋਂ ਕੀ ਭਾਵ ਹੁੰਦਾ, ਇੱਕ ਵਿਚਾਰ ਦੇ ਵਿੱਚ ਬੰਨਿਆ ਹੋਇਆ, ਇਸ ਦੇ ਵਿੱਚ ਸੰਖੇਪਤਾ ਹੁੰਦੀ ਹੈ। ਸੰਖੇਪਤਾ ਦਾ ਮਤਲਬ ਕੀ ਹੁੰਦਾ, ਕਾਫੀ ਵਿਸ਼ਾਲ ਹੁੰਦਾ ਲਿਖਣ ਦੇ ਵਿੱਚ, ਅਤੇ ਇਸ ਦੇ ਵਿੱਚ ਜਜ਼ਬਾ ਹੁੰਦਾ ਹੈ, ਵਿਚਾਰਾਂ ਦਾ ਪ੍ਰਗਟਾਅ ਹੁੰਦਾ ਹੈ। ਨਿਬੰਧ ਦੀ ਜਿਹੜੀ ਸ਼ੈਲੀ ਹੈ ਪ੍ਰਭਾਵਸ਼ਾਲੀ ਹੋਣੀ ਚਾਹੀਦੀ ਹੈ, ਤਾਂ ਹੀ ਜਿਹੜੇ ਪੜ੍ਹਨ ਵਾਲੇ ਸਰੋਤੇ ਨੇ ਉਸਨੂੰ ਪੜ੍ਹਨਗੇ। ਨਿਬੰਧ ਦੇ ਵਿੱਚ ਜਿਹੜਾ ਰੌਚਕਤਾ ਹੁੰਦਾ ਉਹ ਮੁੱਖ ਤੱਤ ਹੁੰਦਾ, ਤਾਂ ਕਿ ਜਿਹੜਾ ਪੜ੍ਹਨ ਵਾਲਾ ਗਾ ਨਿਬੰਧ ਦੇ ਵਿੱਚੋਂ ਕੋਈ ਕਮੀ ਨਾ ਕੱਢ ਸਕੇ ਅਤੇ ਉਸ ਦੇ ਜਿਹੜੇ ਸਟਾਰਟਿੰਗ ਤੋਂ ਲੈ ਕੇ ਐਂਡ ਤੱਕ ਉਸਨੂੰ ਪੜ੍ਹ ਸਕੇ। ਰੌਚਕਤਾ ਬਣੀ ਰਹਿਣੀ ਚਾਹੀਦੀ ਉਸ ਦੇ ਵਿੱਚ। ਕਈ ਪ੍ਰਕਾਰ ਦੇ ਹੁੰਦੇ ਨੇ ਨਿਬੰਧ, ਜਿਵੇਂ ਵਿਗਿਆਨਿਕ ਲਾ ਲਓ, ਮਨੋਵਿਗਿਆਨਿਕ ਲਾ ਲਓ, ਵਿਸ਼ੇਸ਼ ਲਾ ਲਓ, ਜਿਵੇਂ ਕਿਸੇ ਵਿਸ਼ੇਸ਼ ਵਸਤੂ ਬਾਰੇ ਲਾ ਲਓ। ਹੁਣ ਜਿਵੇਂ ਆਪਾਂ ਕੰਪਿਊਟਰ ਬਾਰੇ ਲਾ ਲਈਏ ਜਾਂ ਇੰਟਰਨੈਟ ਬਾਰੇ ਲਾ ਲਈਏ, ਇਹ ਸਭ ਚੀਜ਼ਾਂ ਹੀ ਕੀ ਹੁੰਦੀਆਂ ਨੇ, ਨਿਬੰਧ ਦੇ ਰੂਪ ਦੇ ਵਿੱਚ ਆਏ ਨੇ। ਹੁਣ ਜਿਵੇਂ ਕਈ ਰਾਈਟਰ ਨੇ ਜਿਨ੍ਹਾਂ ਨੇ ਨਿਬੰਧ ਲਿਖੇ ਹੋਏ ਨੇ ਉਹਨਾਂ ਦੇ ਵਿੱਚ ਇੰਨੀ ਜ਼ਿਆਦਾ ਸੰਖੇਪਤਾ ਹੁੰਦੀ ਹੈ ਤੇ ਇੰਨੀ ਜ਼ਿਆਦਾ ਰੌਚਕਤਾ ਹੁੰਦੀ ਹੈ, ਜਿਨ੍ਹਾਂ ਨੂੰ ਜਦੋਂ ਆਪਾਂ ਸਟਾਰਟਿੰਗ ਦੇ ਇੱਕ ਵਾਰ ਪੜ੍ਹਨਾ ਸਟਾਰਟ ਕਰੀ ਤਾਂ ਆਖਿਰ ਤੱਕ ਕੀ ਹੁੰਦੇ ਨੇ, ਉਹ ਆਪਣੇ ਤੋਂ ਛੱਡੇ ਹੀ ਜਾਂਦੇ। ਆਪਾਂ ਨੂੰ ਇਹ ਹੁੰਦਾ ਕਿ ਲਾਸਟ ਦੇ ਵਿੱਚ ਇਹਦਾ ਐਂਡ ਪੜ੍ਹ ਕੇ ਹੀ ਆਪਾਂ ਕੀ ਕਰਾਂਗੇ, ਸਮਾਪਤ ਕਰਾਂਗੇ। ਉਸ ਤੋਂ ਬਾਅਦ ਦੇਖੋ ਨਾਵਲ ਕੀ ਹੁੰਦਾ। ਇਸ ਦੇ ਵਿੱਚ ਕਹਿੰਦੇ ਕਾਲਪਨਿਕ ਪਾਤਰਾਂ ਤੇ ਆਮ ਤੌਰ ਤੇ ਇੱਕੋ ਹੀ ਤਰਤੀਬ ਵਿੱਚ ਘਟਨਾਵਾਂ ਦਾ ਵਰਣਨ ਹੁੰਦਾ ਹੈ। ਇਸ ਦੇ ਵਿੱਚ ਜਿਹੜੇ ਕਾਲਪਨਿਕ ਪਾਤਰ ਹੁੰਦੇ ਨੇ, ਕਾਲਪਨਿਕ ਦਾ ਮਤਲਬ ਸਮਝੋ ਜਿਹੜੇ ਆਪਣੀ ਕਲਪਨਾ ਦੇ ਆਧਾਰ ਤੇ ਆਪਾਂ ਰਚੇ ਹੁੰਦੇ ਨੇ, ਕਲਪਨਾ ਦੇ ਆਧਾਰ ਤੇ ਜਿਹੜੇ ਪਾਤਰ ਰਚੇ ਹੁੰਦੇ ਨੇ, ਉਹਨਾਂ ਵਿੱਚ ਆਮ ਤੌਰ ਤੇ ਇੱਕੋ ਹੀ ਤਰਤੀਬ ਦੇ ਵਿੱਚ ਘਟਨਾਵਾਂ ਨੂੰ ਲਗਾਉਂਦੇ ਜਾਣ ਦਾ ਵਰਣਨ ਹੁੰਦਾ ਗਾ। ਇਸ ਦੇ ਵਿੱਚ ਇੱਕ ਲੰਮੀ ਗਦ ਵਾਰਤਾ ਹੁੰਦੀ ਹੈ। ਗਦ ਤੇ ਪਦ ਹੁੰਦੇ ਨੇ ਨਾ, ਦੋ ਰੂਪ, ਪਰ ਇਹਦੇ ਵਿੱਚ ਕੀ ਹੁੰਦੇ, ਸਿਰਫ ਇੱਕ ਗਦ ਵਾਰਤਾ ਹੁੰਦੀ ਹੈਗੀ। ਹੁਣ ਦੇਖੋ ਜਿਹੜੇ ਆਪਾਂ ਨੇ ਆਪਣੀ ਕਲਪਨਾ ਦੇ ਆਧਾਰ ਤੇ ਜਿਹੜੇ ਪਾਤਰ ਰਚ ਲਏ ਹਨਾ, ਹੁਣ ਆਪਾਂ ਇੱਕ ਮੰਨ ਲਓ ਨਾਵਲ ਲਿਖਣ ਲੱਗ ਗਏ। ਜਦੋਂ ਕਲਪਨਾ ਦੇ ਆਧਾਰ ਤੇ ਆਪਣੇ ਨਾਵਲ ਲਿਖ ਲਏ ਤਾਂ ਉਹਨਾਂ ਦੇ ਵਿੱਚ ਆਪਾਂ ਕੀ ਕਰਾਂਗੇ, ਜਿਵੇਂ ਆਪਣੀ ਆਮ ਜ਼ਿੰਦਗੀ ਦੇ ਵਿੱਚ ਆਪਾਂ ਚੱਲਦੇ ਆ ਰਹੇ ਆਪਾਂ ਉਹ ਸਭ ਦਿਖਾਵਾਂਗੇ। ਉਹਨਾਂ ਦੇ ਵਿੱਚ ਘਟਨਾਵਾਂ ਵੀ ਹੋਣਗੀਆਂ, ਉਹਨਾਂ ਦੇ ਨਾਂ ਟਰੈਸ ਦੀਆਂ ਵੀ ਹੋਣਗੀਆਂ, ਉਹਨਾਂ ਦੀ ਜ਼ਿੰਦਗੀ ਦੇ ਵਿੱਚ ਕਈ ਅਜਿਹੇ ਦੁਖਾਂਤ ਵੀ ਹੋਣਗੇ ਜਿਨ੍ਹਾਂ ਨੂੰ ਆਪਾਂ ਕੀ ਕਰਾਂਗੇ, ਸੀਕੁਐਂਸ ਵਾਈਜ਼ ਆਪਾਂ ਲਗਾਉਂਦੇ ਜਾਵਾਂਗੇ ਕਿ ਕਿਵੇਂ ਸਭ ਤੋਂ ਪਹਿਲਾਂ ਇਹ ਹੋਇਆ, ਫਿਰ ਇਹ ਹੋਇਆ, ਫਿਰ ਇਹ ਹੋਇਆ। ਪਰ ਜਿਹੜਾ ਨਾਵਲ ਹੁੰਦਾ ਇਹ ਕਾਫੀ ਵਿਸ਼ਾਲ ਅਰਥਾਂ ਦੇ ਵਿੱਚ ਲਿਖਿਆ ਜਾਂਦਾ, ਭਾਵ ਸੰਖੇਪਤਾ ਜ਼ਿਆਦਾ ਹੁੰਦੀ ਹੈ ਇਸ ਦੀ। ਪੰਜਾਬੀ ਦੇ ਵਿੱਚ ਕਹਿੰਦੇ ਨਾਵਲ ਸ਼ਬਦ ਸਿੱਧਾ ਅੰਗਰੇਜ਼ੀ ਸ਼ਬਦ ਦੇ ਨੋਵਲ ਤੋਂ ਆਇਆ ਹੈ। ਇਹ ਕਈ ਪ੍ਰਕਾਰ ਅਤੇ ਕਈ ਵਿਧਾ ਦੇ ਆਧਾਰ ਤੇ ਲਿਖੇ ਜਾਂਦੇ ਹਨ, ਜਿਵੇਂ ਮਨੋਵਿਗਿਆਨਿਕ, ਸਮਾਜਿਕ, ਆਰਥਿਕ। ਹੁਣ ਤੁਸੀਂ ਇਹ ਲਾ ਲਓ ਜਿਹੜਾ ਮੜੀ ਦਾ ਦੀਵਾ ਲਿਖਿਆ ਨਾ ਗੁਰਦਿਆਲ ਸਿੰਘ ਦਾ ਨਾਵਲ, ਸਭ ਤੋਂ ਜ਼ਿਆਦਾ ਕੀ ਮੰਨਿਆ ਜਾਂਦਾ, ਫੇਮਸ ਮੰਨਿਆ ਜਾਂਦਾ ਗਾ, ਜਿਹਦੇ ਆਧਾਰ ਤੇ ਇੱਕ ਫਿਲਮ ਵੀ ਬਣੀ ਹੋਈ ਹੈ। ਜਿਵੇਂ
ਅਮ੍ਰਿਤਾ ਪ੍ਰੀਤਮ ਦਾ ਪਿੰਜਰ ਹੈਗਾ, ਉਹ ਵੀ ਬਹੁਤ ਮਸ਼ਹੂਰ ਆ, ਉਹ ਵੀ ਨਾਵਲ ਹੈ। ਹੁਣ ਇਹਨਾਂ ਨਾਵਲਾਂ ਤੁਸੀਂ ਫਿਲਮ ਵੀ ਦੇਖ ਸਕਦੇ ਹੋ ਜੇਕਰ ਨਹੀਂ ਪੜ੍ਹਨ ਨੂੰ ਮਿਲਦੇ, ਅੱਜ ਕੱਲ੍ਹ ਤਾਂ ਵੈਸੇ ਮਿਲ ਵੀ ਜਾਂਦੇ ਦੁਕਾਨਾਂ ਦੇ ਉੱਪਰ। ਪਰ ਜੇਕਰ ਆਪਾਂ ਨੇ ਇਹ ਦੇਖਣਾ ਹੋਵੇ ਕਿ ਸਿਰਫ ਪੜ੍ਹਨ ਨਾਲੋਂ ਜੇਕਰ ਆਪਾਂ ਕਲਾਕਾਰੀ ਵੀ ਦੇਖਣੀ ਹੈਗੀ ਪਾਤਰਾਂ ਦੀ, ਤਾਂ ਆਪਾਂ ਫਿਲਮਾਂ ਦੇ ਵਿੱਚ ਦੇਖ ਸਕਦੇ। ਹੁਣ ਤੁਸੀਂ ਮਣੀ ਦਾ ਦੀਵਾ ਦੇਖ ਸਕਦੇ ਹੋ, ਅੰਨੇ ਘੋੜੇ ਦਾ ਦਾਨ ਦੇਖ ਸਕਦੇ ਹੋਗੇ, ਪਿੰਜਰ ਨਾਵਲ ਦੇਖ ਸਕਦੇ ਹੋ। ਤਾਂ ਉਹਨਾਂ ਦੇ ਵਿੱਚ ਆਪਾਂ ਨੂੰ ਦੇਖਣ ਤੋਂ, ਇਹ ਨਹੀਂ ਮੈਂ ਕਹਿ ਰਹੀ ਪੇਪਰਾਂ ਛੱਡ ਕੇ ਤੁਸੀਂ ਨਾਵਲ ਦੇਖਣ ਲੱਗ ਜਾਓ। ਮੇਰੇ ਕਹਿਣ ਦਾ ਮਤਲਬ ਕੀ ਹੈਗਾ, ਜਦੋਂ ਆਪਾਂ ਇਹ ਨਾਵਲਾਂ ਨੂੰ ਦੇਖਦੇ ਨਾ ਆਪਾਂ ਨੂੰ ਫੇਰ ਪਤਾ ਲੱਗਦਾ ਕਿ ਇਹਨਾਂ ਦੇ ਨਾਵਲ ਲਿਖਣ ਦੇ ਵਿੱਚ ਇਹਨਾਂ ਨੇ ਕਿਵੇਂ ਘਟਨਾਵਾਂ ਨੂੰ ਸੰਭਾਲਿਆਗਾ, ਕਿਵੇਂ ਤਰਤੀਬਵਾਰ ਹਰ ਇੱਕ ਚੀਜ਼ ਨੂੰ ਇਹ ਲਗਾਉਂਦੇ ਗਏ ਨੇ। ਠੀਕ ਹੈ ਜੀ। ਉਸ ਤੋਂ ਬਾਅਦ ਦੇਖੋ ਉਦਾਹਰਨ ਦੇ ਵਿੱਚ ਦੇਖ ਲਓ, ਜਿਵੇਂ ਨਾਨਕ ਸਿੰਘ ਦਾ ਚਿੱਟਾ ਲਹੂ, ਇਹ ਕੀ ਹੈ, ਮਨੋਵਿਗਿਆਨਿਕ ਮੰਨਿਆ ਜਾਂਦਾ ਹੈਗਾ। ਮਨੋਵਿਗਿਆਨਿਕ ਕਿਉਂ ਮੰਨਿਆ ਜਾਂਦਾ, ਇਸ ਦੇ ਵਿੱਚ ਕੀ ਦਿਖਾਇਆ ਹੋਇਆ, ਜਿਹੜੇ ਲੋਕਾਂ ਦੇ ਮਾਨਸਿਕ ਪੱਧਰ ਦਿਖਾਇਆ ਹੋਇਆ ਹੈਗਾ। ਉਸ ਤੋਂ ਬਾਅਦ ਦੇਖੋ ਸਫ਼ਰਨਾਮਾ। ਸਫ਼ਰਨਾਮਾ 2 ਸ਼ਬਦਾਂ ਦੇ ਮੇਲ ਤੋਂ ਬਣਿਆ ਹੈਗਾ, ਸਫ਼ਰ ਪਲੱਸ ਨਾਮਾ। ਇਹ ਮਿਲਵਾਂ ਰੂਪ ਹੈਗਾ ਦੋਵੇਂ ਸ਼ਬਦਾਂ ਦਾ, ਦੋਵੇਂ ਸ਼ਬਦਾਂ ਨੂੰ ਮਿਲਾ ਕੇ ਕੀ ਬਣਦਾ, ਸਫ਼ਰਨਾਮਾ। ਸਫ਼ਰ ਜਿਹੜਾ ਅਰਬੀ ਭਾਸ਼ਾ ਦਾ ਸ਼ਬਦ ਹੈ, ਜਿਸ ਦਾ ਅਰਥ ਹੈ ਯਾਤਰਾ ਜਾਂ ਮੁਸਾਫਰੀ ਕਰਨਾ। ਸਫ਼ਰ ਕੀ ਹੈ, ਅਰਬੀ ਭਾਸ਼ਾ ਦਾ ਸ਼ਬਦ ਹੈ ਜਿਸ ਦਾ ਅਰਥ ਕੀ ਹੁੰਦਾ, ਯਾਤਰਾ ਜਾਂ ਮੁਸਾਫਰੀ ਕਰਨਾ। ਨਾਮਾ ਜਿਹੜਾ ਫਾਰਸੀ ਦੇ ਨੁਮਾਹਾ ਸ਼ਬਦ ਦਾ ਵਿਕਸਿਤ ਰੂਪ ਹੈ, ਜਿਸ ਦਾ ਅਰਥ ਹੈ ਚਿੱਠੀ, ਖਤ ਜਾਂ ਪੱਤਰ। ਹੁਣ ਦੇਖੋ ਸਫ਼ਰਨਾਮੇ ਦਾ ਅਰਥ ਕੀ ਹੁੰਦਾ, ਜਿਵੇਂ ਨਾ ਗੁਰੂ ਨਾਨਕ ਦੇਵ ਜੀ ਨੇ 4 ਦਿਸ਼ਾਵਾਂ ਦੀ ਕੀ ਕੀਤੀ ਸੀ, ਯਾਤਰਾ ਕੀਤੀ ਸੀ, ਹੈ ਨਾ। ਤਾਂ ਜਿਹੜੀ ਯਾਤਰਾ ਕੀਤੀ ਸੀ ਉਹ ਕਿੱਥੇ ਕਿੱਥੇ ਗਏ ਸੀਗੇ, ਉਹਨਾਂ ਨੇ ਜਿਹੜੀ ਕਿੱਥੇ ਕਿੱਥੇ ਯਾਤਰਾਵਾਂ ਕੀਤੀਆਂ ਸੀ, ਉਹ ਅੱਜ ਵੀ ਆਪਾਂ ਨੂੰ ਲਿਖਿਆ ਮਿਲ ਜਾਂਦਾ ਗਾ। ਅੱਜ ਵੀ ਆਪਾਂ ਨੂੰ ਕੀ ਮਿਲ ਜਾਂਦਾ, ਲਿਖਿਆ ਮਿਲ ਜਾਂਦਾ। ਹੁਣ ਜਿਵੇਂ ਕਈ ਜਿਹੜੇ ਰਾਈਟਰ ਨੇ ਬਾਹਰ ਜਾਂਦੇ ਨੇ, ਹੈ ਨਾ, ਜਿਹੜੇ ਤੁਸੀਂ ਲਾ ਲਓ ਮੇਰਾ ਵਲਾਇਤੀ ਸਫ਼ਰਨਾਮਾ ਜਾਂ ਗੁਰੂ ਨਾਨਕ ਦੇਵ ਜੀ ਦੇ ਜਿਹੜੇ 4 ਦਿਸ਼ਾਵਾਂ ਵਾਲਾ ਸਫ਼ਰਨਾਮਾ ਹੋ ਗਿਆ, ਜਦੋਂ ਇਹ ਯਾਤਰਾਵਾਂ ਤੇ ਜਾਂਦੇ, ਜਿਹੜੀ ਇਹਨਾਂ ਨਾਲ ਘਟਨਾਵਾਂ ਹੁੰਦੀਆਂ ਜਾਂ ਕੋਈ ਵੀ ਕੁਝ ਦੇਖਿਆ ਹੁੰਦਾ, ਉਸੇ ਚੀਜ਼ ਨੂੰ ਕਿ ਲਿਖਿਆ ਜਾਂਦਾ ਗਾ, ਸਫ਼ਰਨਾਮੇ ਦੇ ਰੂਪ ਦੇ ਵਿੱਚ ਪੇਸ਼ ਕੀਤਾ ਜਾਂਦਾ। ਠੀਕ ਹੈ ਜੀ। ਉਮੀਦ ਹੈ ਤੁਹਾਨੂੰ ਜਿਹੜਾ ਅੱਜ ਦਾ ਲੈਕਚਰ ਪਸੰਦ ਹੋ। ਸੋ ਜਿਹੜਾ ਲਾਈਕ ਸ਼ੇਅਰ ਤਾਂ ਨਹੀਂ ਕਰਨਾ, ਲਾਈਕ ਕਰਨਾ। ਸੋ ਉਮੀਦ ਹੈ ਕਿ ਜਿਹੜਾ 29 ਤੱਕ ਜਿਹੜਾ ਤੁਹਾਡਾ ਸਿਲੇਬਸ ਉਹ ਮੇਰੇ ਵੱਲੋਂ ਤਾਂ ਪੂਰਾ ਕੰਪਲੀਟ ਹੋ ਜਾਊਗਾ, ਕਿਉਂਕਿ ਜਿਹੜਾ ਆਪਣਾ ਟੌਪਿਕ ਇਸ ਤੋਂ ਬਾਅਦ ਪੰਜਾਬੀ ਸਾਹਿਤ ਦੇ ਵਿੱਚ ਆਪਣਾ ਅਲੰਕਾਰ ਤੇ ਰਸ 2 ਚੈਪਟਰ ਰਹਿ ਗਏ ਆਪਣੇ ਇਸ ਦੇ ਵਿੱਚ, ਅਲੰਕਾਰ ਤੇ ਰਸ। ਪੰਜਾਬੀ ਸਾਹਿਤ ਦੇ ਵਿੱਚ ਇਹ ਸਿਰਫ ਆਪਣੇ 2 ਰਹਿ ਗਏ। ਇਸ ਤੋਂ ਬਾਅਦ ਜਿਹੜਾ ਇੱਕ ਟੌਪਿਕ ਆਪਣਾ ਬਚੂਗਾ ਪੰਜਾਬੀ ਸੱਭਿਆਚਾਰ ਵਾਲਾ, ਉਹ ਆਪਾਂ ਲਗਭਗ ਹੁਣ ਇਹ ਮੰਨੋ ਆਪਣਾ 3-4 ਦਿਨਾਂ ਦੇ ਵਿੱਚ ਸਿਲੇਬਸ ਕਵਰ ਹੋ ਜਾਊਗਾ। ਉਸ ਤੋਂ ਬਾਅਦ ਆਪਾਂ MCQ ਜਿਹੜੇ ਕੁਐਸਚਨ ਹੋਣਗੇ ਉਹਨਾਂ ਦੀ ਲੜੀ ਚਲਾਵਾਂਗੇ। ਸੋ ਠੀਕ ਹੈ ਜੀ, ਮਿਲਦੇ ਹਾਂ ਉਸ ਤੋਂ ਬਾਅਦ। ਸੋ ਸਾਰਿਆਂ ਨੂੰ ਹੈਪੀ ਦੀਵਾਲੀ। ਆਪਣਾ ਤਿਉਹਾਰ ਮਨਾਓ ਖੁਸ਼ੀ ਦੇ ਨਾਲ, ਤੇ ਉਸ ਦੇ ਨਾਲ ਨਾਲ ਜਿਹੜੇ ਪੜ੍ਹਦੇ ਵੀ ਰਹੋ, ਪੜ੍ਹਾਈ ਵੀ ਕਰੋ। ਬੈਸਟ ਆਫ ਲੱਕ। ਉਮੀਦ ਕਰਦੇ ਹਾਂ ਜਿਹੜੀ ਇਹ ਦੀਵਾਲੀ ਤੁਹਾਡੇ ਸਭ ਦੇ ਲਈ ਖੁਸ਼ੀਆਂ ਲੈ ਕੇ ਆਵੇ ਤੇ ਹਰ ਇੱਕ ਨੂੰ ਕੀ ਮਿਲੇ, ਜੋ ਉਹਨਾਂ ਦੇ ਦਿਲ ਦੇ ਵਿੱਚ ਇੱਛਾ ਗੀ ਪੂਰੀ ਹੋਵੇ। ਸੋ ਥੈਂਕ ਯੂ।